ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਇੱਕ ਵਾਰ ਮੈਨੂੰ ਦਫ਼ਤਰ ਦੇ ਕੰਮ ਲਈ ਸ਼ਿਮਲੇ ਜਾਣਾ ਪਿਆ। ਉੱਥੇ ਪਹੁੰਚ ਕੇ ਮੈਂ ਆਪਣੇ ਦਫ਼ਤਰ ਦਾ ਕੰਮ ਮੁਕਾ ਲਿਆ। ਉੱਥੇ ਮੌਸਮ ਬਹੁਤ ਠੰਡਾ ਸੀ, ਹੱਡੀਆਂ ਤੱਕ ਕੰਬ ਰਹੀਆਂ ਸੀ। ਰੱਬ ਦਾ ਸ਼ੁਕਰ ਹੈ ਕਿ ਦਫ਼ਤਰ ਦਾ ਕੰਮ ਇੱਕ ਦਿਨ ਵਿੱਚ ਹੀ ਹੋ ਗਿਆ ਸੀ। ਗਾਜ਼ੀਆਬਾਦ ਤੋਂ ਮੇਰਾ ਸ਼ਿਮਲਾ ਆਉਣਾ ਸਫਲ ਹੋ ਗਿਆ ਸੀ। ਬੌਸ ਯਕੀਨੀ ਤੌਰ 'ਤੇ ਮੇਰੇ ਤੋਂ ਖੁਸ਼ ਹੋਣਗੇ, ਮੈਂ ਆਪਣੇ ਆਪ ਸੋਚਿਆ। ਮੈਂ ਖੁਦ ਨੂੰ ਕਾਫੀ ਹਲਕਾ ਮਹਿਸੂਸ ਕਰ ਰਿਹਾ ਸੀ। ਮੈਂ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਮੇਰੇ ਤੋਂ ਇਲਾਵਾ ਮੇਰੀ ਇੱਕ ਛੋਟੀ ਭੈਣ ਸੀ। ਪਿਤਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਪੁੱਤਰ ਹੋਣ ਕਰਕੇ ਘਰ ਦੀ ਜ਼ਿੰਮੇਵਾਰੀ ਮੈਂ ਪੂਰੀ ਕਰਦਾ ਹਾਂ। ਮੈਂ ਬਚਪਨ ਤੋਂ ਹੀ ਬਹੁਤ ਮਿਹਨਤੀ ਹਾਂ। ਪੜ੍ਹਾਈ ਪੂਰੀ ਕਰਦੇ ਹੀ ਮੈਨੂੰ ਇੱਕ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ। ਮੈਂ ਬਹੁਤ ਵਧੀਆ ਸਰੀਰ ਦਾ ਮਾਲਕ ਸੀ ਤੇ ਬੋਲਚਾਲ ਵਿੱਚ ਵੀ ਮੇਰਾ ਕੋਈ ਜਵਾਬ ਨਹੀਂ ਸੀ। ਲੋਕ ਜਲਦੀ ਹੀ ਮੇਰੇ ਤੋਂ ਪ੍ਰਭਾਵਿਤ ਹੋ ਜਾਂਦੇ ਸੀ। ਕਈ ਕੁੜੀਆਂ ਨੇ ਮੇਰੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਫਿਲਹਾਲ ਇਹ ਸਾਰੀਆਂ ਮੁਸੀਬਤਾਂ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਮੈਂ ਸੋਚਿਆ ਸੀ ਕਿ ਸ਼ਿਮਲਾ ਵਿੱਚ ਮੈਨੂੰ 2 ਦਿਨ ਲੱਗ ਜਾਣਗੇ, ਪਰ ਇੱਥੇ ਤਾਂ ਕੰਮ ਸਿਰਫ 1 ਦਿਨ ਵਿੱਚ ਹੀ ਪੂਰਾ ਹੋ ਗਿਆ। ਕਿਉਂ ਨਾ ਭਲਕੇ ਮੈਂ ਸ਼ਿਮਲਾ ਘੁੰਮ ਲਵਾਂ। ਮੈਂ ਖੁਸ਼ੀ ਨਾਲ ਗਰਮ ਕੰਬਲ ਵਿੱਚ ਸੌਂ ਗਿਆ। ਅਗਲੇ ਦਿਨ ਮੈਂ ਸ਼ਿਮਲੇ ਦੀ ਮਾਲ ਰੋਡ ਤੇ ਖੜਾ ਸੀ, ਪਰ ਪਤਾ ਲੱਗਾ ਕਿ ਅੱਜ ਟੈਕਸੀਆਂ ਤੇ ਬੱਸਾਂ ਦੀ ਹੜਤਾਲ ਹੈ। ਓਹੋ, ਇਹ ਹੜਤਾਲ ਵੀ ਅੱਜ ਹੀ ਹੋਣੀ ਸੀ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਇੱਕ ਟੈਕਸੀ ਡਰਾਈਵਰ ਮੇਰੇ ਕੋਲ ਆ ਕੇ ਮੇਰੇ ਕੰਨ ਵਿੱਚ ਬੋਲਿਆ, ਸਰ ਕਿੱਥੇ ਜਾਣਾ ਹੈ? ਭਰਾਵਾ, ਮੈਂ ਸ਼ਿਮਲਾ ਘੁੰਮਣਾ ਚਾਹੁੰਦਾ ਸੀ, ਪਰ ਇਹ ਹੜਤਾਲ ਵੀ ਅੱਜ ਹੀ ਹੋਣੀ ਸੀ। ਕੋਈ ਗੱਲ ਨਹੀਂ ਸਰ, ਤੁਹਾਡੇ ਕੋਲ ਆਪਣੀ ਟੈਕਸੀ ਹੈ। ਇਸ ਹੜਤਾਲ ਕਾਰਨ ਸਾਨੂੰ ਮੁਸ਼ਕਲ ਆ ਸਕਦੀ ਹੈ। ਸਰ ਜੀ, ਮੈਂ ਤੁਹਾਨੂੰ ਘੁੰਮਣ ਲੈ ਜਾਂਦਾ ਹਾਂ, ਪਰ ਤੁਹਾਨੂੰ ਇੱਕ ਮੈਡਮ ਨਾਲ ਟੈਕਸੀ ਸਾਂਝੀ ਕਰਨੀ ਪਵੇਗੀ। ਉਹ ਵੀ ਸ਼ਿਮਲਾ ਘੁੰਮਣਾ ਚਾਹੁੰਦੀ ਹੈ। ਤੁਹਾਨੂੰ ਕੋਈ ਸਮੱਸਿਆ ਤਾਂ ਨਹੀਂ ਹੈ? ਡਰਾਈਵਰ ਨੇ ਕਿਹਾ। ਕੋਈ ਚਾਰਾ ਵੀ ਨਹੀਂ ਸੀ। ਚਲੋ ਕਿੱਥੇ ਹੈ? ਟੈਕਸੀ ਡਰਾਈਵਰ ਨੇ ਦੂਰ ਖੜੀ ਟੈਕਸੀ ਕੋਲ ਖੜੀ ਕੁੜੀ ਵੱਲ ਇਸ਼ਾਰਾ ਕੀਤਾ। ਮੈਂ ਡਰਾਈਵਰ ਨਾਲ ਤੁਰ ਪਿਆ। ਹੈਲੋ, ਮੈਂ ਪਾਰਸ ਹਾਂ, ਗਾਜ਼ੀਆਬਾਦ ਤੋਂ। ਹੈਲੋ, ਮੈਂ ਕਾਨਪੁਰ ਤੋਂ ਸੋਨੀਆ ਹਾਂ। ਮੈਡਮ, ਅੱਜ ਅਸੀਂ ਸ਼ਿਮਲਾ ਵਿੱਚ 2 ਅਜਨਬੀ ਇੱਕ ਟੈਕਸੀ ਸਾਂਝੀ ਕਰ ਰਹੇ ਹਾਂ। ਕੀ ਤੁਹਾਨੂੰ ਕੋਈ ਸ਼ਿਕਾਇਤ ਤਾਂ ਨਹੀਂ ਹੋਵੇਗੀ? ਥੋੜਾ ਅਸੁਵਿਧਾਜਨਕ ਲੱਗਦਾ ਹੈ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇੰਨੀ ਛੋਟੀ ਜਿਹੀ ਜਾਣ ਪਛਾਣ ਨਾਲ। ਜਿਵੇਂ ਹੀ ਅਸੀਂ ਗੱਡੀ ਵਿੱਚ ਬੈਠੇ ਤਾਂ ਡਰਾਈਵਰ ਨੇ ਕਿਹਾ, ਸਰ ਸ਼ਿਮਲੇ ਤੋਂ ਲਗਭਗ 20 ਕਿਲੋਮੀਟਰ ਦੂਰ ਚੰਡੀਗੜ੍ਹ ਨੂੰ ਜਾਂਦੀ ਸੜਕ ਤੇ ਇੱਕ ਸ਼ਾਂਤ ਤੇ ਖੂਬਸੂਰਤ ਥਾਂ ਹੈ। ਇੱਥੇ ਅੱਜ ਸਵੇਰ ਤੋਂ ਹੀ ਬਰਫ਼ਬਾਰੀ ਹੋ ਰਹੀ ਹੈ। ਕੀ ਤੁਸੀਂ ਉੱਥੇ ਜਾ ਕੇ ਬਰਫ਼ ਦਾ ਆਨੰਦ ਲੈਣਾ ਚਾਹੋਗੇ? ਮੈਂ ਸੋਨੀਆ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ ਤਾਂ ਉਸਦੀ ਨਜ਼ਰ ਵੀ ਮੇਰੇ ਵੱਲ ਸੀ। ਅਸੀਂ ਦੋਵਾਂ ਨੇ ਚੁੱਪਚਾਪ ਵਿੱਚ ਹੀ ਡਰਾਈਵਰ ਨੂੰ ਜਾਣ ਲਈ ਹਾਂ ਕਰ ਦਿੱਤੀ। ਮੈਂ ਸ਼ਿਮਲੇ ਬਾਰੇ ਸੁਣਿਆ ਸੀ, ਪਰ ਅੱਜ ਖੁਦ ਦੇਖਣ ਦਾ ਮੌਕਾ ਮਿਲਿਆ। ਮਨ ਉਤਸੁਕਤਾ ਨਾਲ ਭਰਿਆ ਹੋਇਆ ਸੀ। ਸਾਡੀ ਟੈਕਸੀ ਇੱਕ ਖੂਬਸੂਰਤ ਪਹਾੜੀ ਸੜਕ ਤੇ ਚੱਲ ਰਹੀ ਸੀ। ਇੱਕ ਸਮੇਂ ਵਿੱਚ ਇੱਕ ਪਹਾੜ ਉੱਤੇ ਚੜ੍ਹਨ ਵਾਲਾ ਰਸਤਾ ਬਹੁਤ ਰੋਮਾਂਚਕ ਲੱਗਦਾ ਸੀ। ਮੇਰੇ ਕੋਲ ਬੈਠੀ ਸੋਨੀਆ ਬਾਰੇ ਮੇਰੇ ਮਨ ਵਿੱਚ ਕਈ ਸਵਾਲ ਉੱਠ ਰਹੇ ਸਨ। ਮੈਂ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਇੱਥੇ ਕਿਉਂ ਆਏ ਹੋ? ਤੁਸੀਂ ਇਕੱਲੇ ਕਿਉਂ ਹੋ? ਪਰ ਕਿਸੇ ਅਣਜਾਣ ਕੁੜੀ ਤੋਂ ਮੈਂ ਇਹ ਸਭ ਇੱਕ ਵਾਰ ਪੁੱਛਣ ਦੀ ਹਿੰਮਤ ਨਹੀਂ ਜੁਟਾ ਸਕਿਆ। ਸੋਨੀਆ ਦੀਆਂ ਡੂੰਘੀਆਂ ਵੱਡੀਆਂ ਅੱਖਾਂ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਹੀਆਂ ਸਨ। ਨਾ ਚਾਹੁੰਦੇ ਹੋਏ ਵੀ ਮੈਂ ਉਸ ਵੱਲ ਵਾਰ-ਵਾਰ ਵੇਖਣ ਲੱਗਾ। ਮੈਂ ਤੇ ਸੋਨੀਆ ਗੱਲਾਂ ਕਰਦੇ ਹੋਏ ਸ਼ਿਮਲਾ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰ ਰਹੇ ਸੀ। ਸਾਡੀ ਕਾਰ ਇੱਕ ਪਹਾੜ ਤੋਂ ਦੂਜੇ ਪਹਾੜ ਤੇ ਪਹੁੰਚ ਗਈ। ਸਾਨੂੰ ਪਤਾ ਵੀ ਨਾ ਲੱਗਾ। ਕਈ ਵਾਰ ਜਦੋਂ ਕਾਰ ਨੇ ਹਲਕੀ ਜਿਹੀ ਬ੍ਰੇਕ ਲਗਾਈ ਤੇ ਸਾਡੀਆਂ ਨਜ਼ਰਾਂ ਖਿੜਕੀ ਤੋਂ ਹੇਠਾਂ ਵੱਲ ਦੇਖਦੀਆਂ ਤਾਂ ਡੂੰਘੀ ਖਾਈ ਨੂੰ ਦੇਖ ਕੇ ਸਾਡੇ ਦੋਹਾਂ ਦੇ ਸਾਹ ਰੁਕ ਜਾਂਦੇ। ਇੰਜ ਲੱਗ ਰਿਹਾ ਸੀ ਕਿ ਜੇ ਥੋੜੀ ਜਿਹੀ ਵੀ ਗਲਤੀ ਹੋ ਗਈ ਤਾਂ ਸਾਡਾ ਕੰਮ ਹੋ ਜਾਵੇਗਾ। ਜ਼ਿੰਦਗੀ ਵਿੱਚ ਇਨਸਾਨ ਭਾਵੇਂ ਜਿੰਨਾ ਮਰਜ਼ੀ ਉੱਪਰ ਕਿਉਂ ਨਾ ਹੋਵੇ, ਪਰ ਹੇਠਾਂ ਦੇਖਦਿਆਂ ਹੀ ਡਿੱਗਣ ਦਾ ਜੋ ਡਰ ਹੁੰਦਾ ਹੈ, ਉਹ ਪਹਿਲੀ ਵਾਰ ਮਹਿਸੂਸ ਹੋ ਰਿਹਾ ਸੀ। ਉਹ ਭਾਈ ਡਰਾਈਵਰ ਸਾਹਿਬ, ਹੌਲੀ, ਥੋੜਾ ਸਾਵਧਾਨ ਰਹੋ, ਸੋਨੀਆ ਨੇ ਚੁੱਪ ਤੋੜਦਿਆਂ ਕਿਹਾ। ਮੈਡਮ ਜੀ, ਤੁਸੀਂ ਚਿੰਤਾ ਨਾ ਕਰੋ, ਗੱਡੀ ਉੱਤੇ ਮੇਰਾ ਪੂਰਾ ਕੰਟਰੋਲ ਹੈ। ਠੀਕ ਹੈ ਸਰ, ਇੱਥੇ ਥੋੜੀ ਦੇਰ ਲਈ ਗੱਡੀ ਮੈਂ ਰੋਕਦਾ ਹਾਂ। ਇੱਥੋਂ ਚਾਰੇ ਪਾਸੇ ਬਹੁਤ ਸੁੰਦਰ ਦ੍ਰਿਸ਼ ਦਿਸਦਾ ਹੈ। ਜਿਵੇਂ ਹੀ ਅਸੀਂ ਕਾਰ ਤੋਂ ਬਾਹਰ ਨਿਕਲੇ ਤਾਂ ਹੱਡ ਕੰਬਾਉਂਦੀ ਠੰਡ ਮਹਿਸੂਸ ਕੀਤੀ। ਚਾਰੇ ਪਾਸੇ ਧੂਏ ਵਾਂਗ ਉੱਡਦੀ ਧੁੰਦ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਅਸੀਂ ਬੱਦਲਾਂ ਵਿਚਕਾਰ ਖੜੇ ਹੋ ਕੇ ਲੁਕਣ ਮਿੱਟੀ ਖੇਡ ਰਹੇ ਹੋਈਏ। ਜਦੋਂ ਮੈਂ ਦੂਰਬੀਨ ਰਾਹੀਂ ਆਲੇ ਦੁਆਲੇ ਦੇਖਿਆ ਤਾਂ ਮੈਂ ਸੋਚਣ ਲੱਗਾ ਕਿ ਅਸੀਂ ਕਿੱਥੇ ਸੀ ਤੇ ਕਿੱਥੇ ਪਹੁੰਚ ਗਏ ਹਾਂ। ਹੁਣ ਤੱਕ ਚੁੱਪ ਰਹੀ ਸੋਨੀਆ
ਹੌਲੀ ਜੀ ਬੋਲੀ, ਇਸ ਠੰਡ ਵਿੱਚ ਚਾਹ ਦਾ ਕੱਪ ਮਿਲ ਜਾਵੇ ਤਾਂ ਮਜ਼ਾ ਆ ਜਾਣਾ ਸੀ। ਚਲੋ ਨੇੜੇ ਹੀ ਚਾਹ ਦਾ ਸਟਾਲ ਦਿਸ ਰਿਹਾ ਹੈ, ਉੱਥੇ ਜਾ ਕੇ ਚਾਹ ਪੀ ਲਈਏ। ਮੈਂ ਸੋਨੀਆ ਨੂੰ ਕਿਹਾ। ਹੱਥਾਂ ਦੇ ਨਿੱਘੇ ਦਸਤਾਨੇ ਪਹਿਨਣ ਦੇ ਬਾਵਜੂਦ ਚਾਹ ਦੇ ਕੱਪ ਵਿੱਚੋਂ ਥੋੜੀ ਜਿਹੀ ਨਿੱਘ ਵੀ ਕਾਫੀ ਆਰਾਮਦਾਇਕ ਸੀ। ਸ਼ਿਮਲਾ ਦੀ ਅਦਭੁਤ ਸੁੰਦਰਤਾ ਆਪਣੇ ਕੈਮਰਿਆਂ ਵਿੱਚ ਕੈਦ ਕਰਦੇ ਹੋਏ ਜਿਵੇਂ ਜਿਵੇਂ ਸਾਡੀ ਗੱਡੀ ਉਸ ਥਾਂ ਦੇ ਨੇੜੇ ਪਹੁੰਚਣ ਲੱਗੀ ਤਾਂ ਉਵੇਂ ਹੀ ਸਾਡੀ ਬਰਫ਼ਬਾਰੀ ਦੇਖਣ ਦੀ ਉਤਸੁਕਤਾ ਵਧਣ ਲੱਗੀ। ਚਾਰੇ ਪਾਸੇ ਉੱਚੇ ਉੱਚੇ ਦਰਖਤ ਦਿਖਾਈ ਦੇ ਰਹੇ ਸਨ ਜੋ ਬਰਫ਼ ਨਾਲ ਢੱਕੇ ਹੋਏ ਸੀ। ਇੰਜ ਲੱਗਦਾ ਸੀ ਜਿਵੇਂ ਕਿਸੇ ਨੇ ਪਹਾੜਾਂ ਨੂੰ ਚਿੱਟੀ ਚਾਦਰ ਨਾਲ ਢੱਕ ਦਿੱਤਾ ਹੋਵੇ। ਪਹਾੜ ਬਿਲਕੁਲ ਚਿੱਟੇ ਦਿਖਾਈ ਦੇ ਰਹੇ ਸਨ ਤੇ ਪਹਾੜਾਂ ਦੀ ਢਲਾਣ ਤੇ ਬਹੁਤ ਤਿਲਕਣ ਹੋਣ ਲੱਗੀ ਸੀ। ਬਰਫ਼ ਡਿੱਗਣ ਕਾਰਨ ਕੁਝ ਵੀ ਸਪਸ਼ਟ ਨਹੀਂ ਦਿਖਾਈ ਦੇ ਰਿਹਾ ਸੀ। ਥੋੜੀ ਦੇਰ ਬਾਅਦ ਹੀ ਇੰਜ ਲੱਗਦਾ ਸੀ ਜਿਵੇਂ ਕੁਦਰਤ ਨੇ ਸਾਰੇ ਪਹਾੜਾਂ ਨੂੰ ਚਿੱਟੇ ਰੰਗ ਨਾਲ ਰੰਗ ਦਿੱਤਾ ਹੋਵੇ। ਬਰਫ਼ ਨੇ ਸਾਰੇ ਰੁੱਖਾਂ ਨੂੰ ਢੱਕਿਆ ਹੋਇਆ ਸੀ ਜੋ ਮੋਤੀਆਂ ਵਾਂਗ ਬੇਮਿਸਾਲ ਸੁੰਦਰ ਲੱਗ ਰਹੇ ਸੀ। ਕਾਰ ਤੋਂ ਉਤਰ ਕੇ ਮੈਂ ਤੇ ਸੋਨੀਆ ਵੀ ਡਿੱਗੀ ਹੋਈ ਬਰਫ਼ਬਾਰੀ ਦਾ ਖੂਬ ਆਨੰਦ ਲੈ ਰਹੇ ਸੀ। ਆਲੇ ਦੁਆਲੇ ਹੋਰ ਸੈਲਾਨੀਆਂ ਨੂੰ ਬਰਫ਼ ਵਿੱਚ ਛਾਲਾਂ ਮਾਰਦੇ ਤੇ ਖੇਡਦੇ ਦੇਖਣ ਦਾ ਬਹੁਤ ਮਜ਼ਾ ਆ ਰਿਹਾ ਸੀ। ਸਰ, ਅੱਜ ਇੱਥੋਂ ਵਾਪਸੀ ਸੰਭਵ ਨਹੀਂ ਹੋਵੇਗੀ, ਤੁਹਾਨੂੰ ਇੱਥੇ ਕਿਸੇ ਗੈਸਟ ਹਾਊਸ ਵਿੱਚ ਰੁਕਣਾ ਪਵੇਗਾ, ਟੈਕਸੀ ਡਰਾਈਵਰ ਨੇ ਸਾਨੂੰ ਸਲਾਹ ਦਿੱਤੀ। ਇਹ ਵੀ ਚੰਗਾ ਹੈ, ਇੱਥੇ ਕੁਦਰਤੀ ਸੁੰਦਰਤਾ ਦਾ ਹੋਰ ਚੰਗੀ ਤਰ੍ਹਾਂ ਆਨੰਦ ਲਵਾਂਗੇ। ਇਹ ਸੋਚ ਕੇ ਮੈਂ ਤੇ ਸੋਨੀਆ ਗੈਸਟ ਹਾਊਸ ਬੁੱਕ ਕਰਨ ਲਈ ਚਲੇ ਗਏ। ਸਰ, ਗੈਸਟ ਹਾਊਸ ਵਿੱਚ ਸਿਰਫ ਇੱਕ ਹੀ ਕਮਰਾ ਖਾਲੀ ਹੈ। ਅਚਾਨਕ ਬਰਫ਼ਬਾਰੀ ਕਾਰਨ ਲੋਕਾਂ ਦੀ ਗਿਣਤੀ ਵੱਧ ਗਈ ਹੈ, ਤੁਹਾਨੂੰ ਦੋਵਾਂ ਨੂੰ ਇੱਕੋ ਕਮਰਾ ਸਾਂਝਾ ਕਰਨਾ ਪਏਗਾ, ਡਰਾਈਵਰ ਨੇ ਕਿਹਾ। ਕਿ ਰੂਮ ਸ਼ੇਅਰ? ਸਾਡੀਆਂ ਦੋਵਾਂ ਦੀਆਂ ਅੱਖਾਂ ਸਵਾਲੀਆਂ ਨਜ਼ਰਾਂ ਨਾਲ ਇੱਕ ਦੂਜੇ ਵੱਲ ਦੇਖ ਰਹੀਆਂ ਸਨ। ਹੋਰ ਕੋਈ ਚਾਰਾ ਨਾ ਹੋਣ ਕਰਕੇ ਚੁੱਪ-ਚਪੀਤੇ ਆਪਣਾ ਸਮਾਨ ਗੈਸਟ ਹਾਊਸ ਦੇ ਉਸ ਕਮਰੇ ਵਿੱਚ ਰੱਖਣ ਲਈ ਕਹਿ ਦਿੱਤਾ। ਗੈਸਟ ਹਾਊਸ ਦਾ ਉਹ ਕਮਰਾ ਬਹੁਤ ਵੱਡਾ ਸੀ, ਡਬਲ ਬੈੱਡ ਲੱਗਾ ਹੋਇਆ ਸੀ। ਇਸ ਨੂੰ ਮੇਰੇ ਸੰਸਕਾਰ ਕਹਿ ਲਓ ਜਾਂ ਅੰਦਰ ਦਾ ਡਰ। ਮੈਂ ਸੋਨੀਆ ਨੂੰ ਕਿਹਾ, ਇਸ ਤਰ੍ਹਾਂ ਕਰਦੇ ਹਾਂ ਕਿ ਬੈੱਡ ਨੂੰ ਵੱਖ ਕਰਕੇ ਵਿਚਕਾਰ ਇੱਕ ਮੇਜ਼ ਲਗਾ ਲੈਂਦੇ ਹਾਂ। ਸੋਨੀਆ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ। ਅਸੀਂ ਦੋਵੇਂ ਆਪੋ ਆਪਣੇ ਬਿਸਤਰਿਆਂ ਤੇ ਬੈਠੇ ਸੀ। ਮੇਰੀਆਂ ਅੱਖਾਂ ਵਿੱਚ ਵੀ ਨੀਂਦ ਨਹੀਂ ਸੀ ਤੇ ਨਾ ਹੀ ਸੋਨੀਆ ਦੀਆਂ ਅੱਖਾਂ ਵਿੱਚ ਨੀਂਦ ਸੀ। ਹੁਣ ਤੱਕ ਦੇ ਸਫ਼ਰ ਕਰਕੇ ਮੇਰਾ ਸੋਨੀਆ ਨਾਲ ਗੱਲ ਕਰਨ ਦਾ ਹੌਸਲਾ ਵੱਧ ਗਿਆ ਸੀ। ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਿਆ ਤੇ ਮੈਂ ਪੁੱਛ ਹੀ ਲਿਆ, ਤੁਸੀਂ ਇੱਥੇ ਸ਼ਿਮਲੇ ਵਿੱਚ ਕੀ ਕਰਨ ਆਏ ਹੋ? ਸੋਨੀਆ ਵੀ ਸ਼ਾਇਦ ਹੁਣ ਤੱਕ ਮੇਰੇ ਨਾਲ ਸਹਿਜ ਹੋ ਗਈ ਸੀ। ਉਸਨੇ ਕਿਹਾ, ਮੈਂ ਦਿੱਲੀ ਰਹਿੰਦੀ ਹਾਂ। ਠੀਕ ਹੈ, ਪਰ ਦਿੱਲੀ ਵਿੱਚ ਕਿੱਥੇ? ਆਰੀਆ ਨਗਰ। ਵਾਹ, ਮੈਂ ਵੀ ਗਾਜ਼ੀਆਬਾਦ ਵਿੱਚ ਰਹਿੰਦਾ ਹਾਂ। ਫਿਰ ਉਸਨੇ ਮੈਨੂੰ ਦੱਸਿਆ ਕਿ ਮੈਂ ਹੁਣੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਅਸੀਂ ਦੋ ਭੈਣਾਂ ਹਾਂ, ਪਾਪਾ ਰਹੇ ਨਹੀਂ ਤੇ ਸਾਡਾ ਭੈਣਾਂ ਦਾ ਬੋਝ ਮਾਂ ਦੇ ਮੋਢਿਆਂ ਤੇ ਹੈ। ਮੈਂ ਸੋਚਿਆ ਸੀ ਕਿ ਜਿਵੇਂ ਹੀ ਮੇਰੀ ਪੜ੍ਹਾਈ ਪੂਰੀ ਹੋਵੇਗੀ ਮੈਂ ਮਾਂ ਦੇ ਮੋਢਿਆਂ ਦਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੀ, ਪਰ ਜਿਹਾ ਲੱਗਦਾ ਅਜੇ ਉਹ ਸਮਾਂ ਨਹੀਂ ਆਇਆ ਹੈ। ਮੈਂ ਦਿੱਲੀ ਵਿੱਚ ਨੌਕਰੀ ਲਈ ਇੰਟਰਵਿਊ ਦਿੱਤੀ। ਉਹਨਾਂ ਨੇ ਮੈਨੂੰ ਦੂਜੇ ਇੰਟਰਵਿਊ ਲਈ ਸ਼ਿਮਲੇ ਭੇਜ ਦਿੱਤਾ। ਵੈਸੇ ਤਾਂ ਮੈਨੂੰ ਚੁਣ ਲਿਆ ਗਿਆ ਹੈ, ਪਰ ਮੈਨੂੰ ਕੰਪਨੀ ਦੇ ਨਿਯਮ ਤੇ ਸ਼ਰਤਾਂ ਠੀਕ ਨਹੀਂ ਲੱਗ ਰਹੀਆਂ। ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਾਂ। ਇਸ ਵਿੱਚ ਇੰਨੀ ਚਿੰਤਾ ਜਾਂ ਸੋਚਣ ਦੀ ਕੋਈ ਗੱਲ ਨਹੀਂ ਹੈ। ਨੌਕਰੀ ਪਸੰਦ ਨਹੀਂ ਆ ਰਹੀ ਤਾਂ ਨਾ ਕਰੋ। ਜੇਕਰ ਤੁਹਾਡੇ ਅੰਦਰ ਯੋਗਤਾ ਹੈ ਤਾਂ ਤੁਹਾਨੂੰ ਕਿਤੇ ਹੋਰ ਨੌਕਰੀ ਮਿਲ ਜਾਵੇਗੀ। ਮੇਰੀ ਕੰਪਨੀ ਵਿੱਚ ਨਵੀਆਂ ਅਸਾਮੀਆਂ ਨਿਕਲੀਆਂ ਹਨ। ਜੇਕਰ ਤੁਸੀਂ ਕਹੋ ਤਾਂ ਤੁਹਾਡੇ ਲਈ ਮੈਂ ਕੋਸ਼ਿਸ਼ ਕਰਾਂ। ਸੱਚੀ, ਮੈਂ ਤੁਹਾਨੂੰ ਆਪਣਾ ਈਮੇਲ ਕਰ ਦੇਵਾਂਗੀ। ਹੋ ਸਕਦਾ ਹੈ ਕਿ ਸਮੇਂ ਨੇ ਸਾਨੂੰ ਇਸ ਲਈ ਮਿਲਾਇਆ ਤਾਂ ਜੋ ਮੈਂ ਤੁਹਾਡੇ ਕੰਮ ਆ ਸਕਾਂ। ਇਹ ਅਚਾਨਕ ਮੇਰੇ ਮੂੰਹੋਂ ਨਿਕਲ ਗਿਆ। ਸੋਨੀਆ ਨੇ ਇੱਕ ਵਾਰ ਮੇਰੇ ਵੱਲ ਦੇਖਿਆ ਤੇ ਫਿਰ ਮੁਸਕਰਾ ਕੇ ਅੱਖਾਂ ਨੀਵੀਆਂ ਕਰ ਲਈਆਂ। ਮੇਰਾ ਮਨ ਹੋਇਆ ਕਿ ਠੰਡ ਨਾਲ ਕੰਬ ਰਹੇ ਸੋਨੀਆ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਵਾਂ, ਪਰ ਸੋਨੀਆ ਕੁਝ ਗਲਤ ਨਾ ਸਮਝ ਜਾਵੇ, ਇਹ ਸੋਚ ਕੇ ਰੁਕ ਗਿਆ। ਫਿਰ ਕੁਝ ਸੋਚਦੇ ਹੋਏ ਕਮਰੇ ਤੋਂ ਬਾਹਰ ਆ ਗਿਆ। ਠੰਡੀ ਰਾਤ, ਬਾਹਰ ਗੈਸਟ ਹਾਊਸ ਦੀ ਛੱਤ ਤੇ ਡਿੱਗਦੀ ਬਰਫ਼ ਵਿੱਚੋਂ ਪਾਣੀ ਦੇ ਟਪਕਣ ਦੀ ਆਵਾਜ਼ ਅਜੇ ਵੀ ਸੁਣੀ ਜਾ ਸਕਦੀ ਹੈ। ਸੋਨੀਆ ਅਜੇ ਵੀ ਠੰਡ ਨਾਲ ਕੰਬ ਰਹੀ ਸੀ ਕਿ ਉਦੋਂ ਹੀ ਕੌਫੀ ਦਾ ਮੱਗ ਦਿੰਦੇ ਹੋਏ ਮੈਂ ਕਿਹਾ, ਇਹ ਲਵੋ ਥੋੜੀ ਗਰਮ ਤੇ ਕੜਕਦੀ ਕੌਫੀ। ਫਿਰ ਸਾਡੇ ਦੋਹਾਂ ਦੇ ਹੱਥ ਦੀ ਪਹਿਲੀ ਹਲਕੀ ਜਿਹੀ ਛੂਹਣ ਹੋਈ ਤਾਂ ਸਾਰਾ ਸਰੀਰ ਕੰਬ ਗਿਆ। ਇੱਕ ਵਾਰ ਫਿਰ ਸਾਡੀਆਂ ਅੱਖਾਂ ਮਿਲੀਆਂ। ਸਾਰੇ ਸਫ਼ਰ ਤੋਂ ਬਾਅਦ ਪਹਿਲੀ ਵਾਰ ਮੈਂ ਪੂਰੀ ਤਰ੍ਹਾਂ ਸੋਨੀਆ ਵੱਲ ਵੇਖਿਆ ਤੇ ਵੇਖਦਾ ਹੀ ਰਹਿ ਗਿਆ। ਕਦੋਂ ਮੈਂ ਸੋਨੀਆ ਨੂੰ ਗਲੇ ਲਾ ਲਿਆ ਪਤਾ ਹੀ ਨਾ ਲੱਗਾ।
ਫਿਰ ਚੁੱਪ ਚਪੀਤੇ ਹੀ ਅਸੀਂ ਇੱਕ ਦੂਜੇ ਵਿੱਚ ਸਮਾ ਗਏ ਸੀ। ਸਾਡੇ ਦੋਵਾਂ ਦੀ ਗਲਵੱਕੜੀ ਦੌਰਾਨ ਗਰਮ ਸਾਹਾਂ ਕਰਕੇ ਬਾਹਰ ਦੀ ਠੰਡ ਤੋਂ ਰਾਹਤ ਮਹਿਸੂਸ ਹੋਣ ਲੱਗੀ। ਇਸ ਦੌਰਾਨ ਮੈਂ ਤੇ ਸੋਨੀਆ ਕਦੋਂ ਇੱਕ ਦੂਜੇ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਗਏ, ਇਸ ਦਾ ਅਹਿਸਾਸ ਨਹੀਂ ਹੋਇਆ। ਰਾਤ ਕਦੋਂ ਬੀਤ ਗਈ ਪਤਾ ਹੀ ਨਾ ਲੱਗਾ। ਸਵੇਰੇ ਜਦੋਂ ਬਾਹਰ ਦਰਖਤਾਂ ਤੇ ਪੱਤਿਆਂ ਤੋਂ ਬਰਫ਼ ਡਿੱਗਣੀ ਸ਼ੁਰੂ ਹੋਈ ਤਾਂ ਇੰਜ ਲੱਗਦਾ ਸੀ ਜਿਵੇਂ ਸਾਰੇ ਜੰਗਲ ਵਿੱਚ ਕਿਸੇ ਨੇ ਧੁਨ ਵਜਾ ਦਿੱਤੀ ਹੋਵੇ। ਚਿੱਤ ਵਿੱਚ ਨਾ ਕੋਈ ਦੋਸ਼, ਨਾ ਹੀ ਕੁਝ ਜਾਣਨ ਦੀ ਇੱਛਾ। ਫਿਰ ਚੁੱਪ ਕਰਕੇ ਮੈਂ ਤੇ ਸੋਨੀਆ ਇਕੱਠੇ ਹੀ ਚੱਲ ਪਏ। ਦੋਸਤੋ, ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਜੀ ਸਾਰਿਆਂ ਦਾ।